परम सत्कारयोग गुरु रूप गुरु प्यारी साध संगत जीओ, फतेह प्रवान करो जी। वाहिगुरु जी का खालसा, वाहिगुरु जी की फतेह। गुरुमुख प्यारिओ, उम्मीद करदा तुसीं ठीक ठाक ते चढ़दी कला दे विच होवोगे। वाहिगुरु हमेशा तुहानूं चढ़दियां कलां बख्शण। गुरमुखो, अज आपां गल करांगे एक सिख दी गुरमत मुताबक रहनी सहनी किहो जी होनी चाहिदी है। क्योंकि कल आपां गल कीती सी गुरद्वारा साहिबानां दी कि गुरु द्वारे होए सोझी पाए सी। गुरुद्वारे साडे सिੱਖੀ दे ਸਕੂਲ ਹੁੰਦੇ सन ते इत्थों सानू सिੱਖ ਬੱਚਿਆਂ ਨੂੰ सोझी प्राप्त ਹੁੰਦੀ ਸੀ। ਪਹਿਲੇ ਸਮੇਂ ਦੇ ਵਿੱਚ ਕਹਿੰਦੇ हर एक गुरुद्वारे ਦੇ ਨਾਲ विद्याला बनना ਜ਼ਰੂਰੀ ਹੁੰਦਾ ਸੀ, ਜਿੱਥੋਂ ਕਿ ਸਿੱਖੀ ਦੀ ਸਿੱਖਿਆ ਪ੍ਰਾਪਤ ਹੋ ਸਕੇ, ਗੁਰਮਤ ਦਾ ਸਾਨੂੰ ਪਤਾ ਲੱਗ ਸਕੇ ਕਿ ਅਸੀਂ ਕੀ ਕਰਨਾ, ਕੀ ਛੱਡਣਾ, ਕੀ ਅਪਣਾਉਣਾ। ਕਿਉਂਕਿ ਹਿੰਦੂ ਧਰਮ ਵਧੀਆ ਧਰਮ ਆ, ਹਿੰਦੂ ਵੀਰਾਂ ਦੇ ਵਾਸਤੇ ਆਪਾਂ ਨੂੰ ਕੋਈ ਇਤਰਾਜ਼ ਨਹੀਂ। ਮੁਸਲਮਾਨ ਧਰਮ ਮੁਸਲਮਾਨ ਵੀਰਾਂ ਵਾਸਤੇ ਬਹੁਤ ਪਿਆਰਾ। ਸਾਰਿਆਂ ਨੂੰ ਆਪੋ ਆਪਣੇ ਧਰਮ, ਆਪੋ ਆਪਣੇ ਮਜ਼ਹਬ ਸਾਰਿਆਂ ਨੂੰ ਪਿਆਰੇ ਆ। ਅਤੇ ਸਾਨੂੰ ਸਿੱਖ ਧਰਮ ਜੋ ਅਜੋਕੇ ਸਮੇਂ ਦੀ ਲੋੜ ਆ, ਜੋ ਸਭ ਤੋਂ ਨਵੀਨ ਧਰਮ ਵੀ ਮੰਨਿਆ ਜਾਂਦਾ, ਅਸੀਂ ਉਹ ਸਿੱਖ ਹੋਣ ਦੇ ਨਾਤੇ ਸਾਨੂੰ ਆਪਣੇ ਧਰਮ ਦੇ ਨਾਲ ਪਿਆਰ ਆ, ਆਪਣੇ ਵੱਡ ਵਡੇਰਿਆਂ ਦੇ ਨਾਲ ਪਿਆਰ ਆ, ਆਪਣੇ ਗੁਰ ਅਸਥਾਨਾਂ ਦੇ ਨਾਲ ਪਿਆਰ ਆ। ਅਸੀਂ ਕਿਸੇ ਦੇ ਨਾਲ ਨਫ਼ਰਤ ਵੀ ਨਹੀਂ ਕਰਨੀ, ਪਰ ਆਪਣੇ ਆਪਣੇ ਰਸਤੇ 'ਤੇ ਚੱਲਣਾ। ਗੱਲ ਕੀ ਹੈ? ਹਰ ਮਨੁੱਖ ਦਾ ਟੀਚਾ ਕੀ ਹੈ? ਭਈ ਪ੍ਰਾਪਤ ਮਾਨਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ। ਅਵਰ ਕਾਜ ਤੇਰੇ ਕਿਤੇ ਨਾਕਾਮ, ਭਜ ਕੇਵਲ ਨ ਸਰੰਜਾਮ ਲਾਗ, ਭਜ ਕੇਵਲ ਨਾਮ। ਕੇਵਲ ਤੇ ਕੇਵਲ ਨਾਮ ਦੇ ਨਾਲ ਜੁੜਨਾ। ਰਸਤੇ ਆਪੋ ਆਪਣੇ ਹੋ ਸਕਦੇ ਆ। ਜਿਸ ਤਰ੍ਹਾਂ ਆਪਾਂ ਐਂ ਕਹਿ ਲਈਏ ਬਈ ਨਹਿਰਾਂ ਜਾਂ ਨਦੀਆਂ, ਇਹਨਾਂ ਦਾ ਮੰਜ਼ਿਲ ਕੀ ਹੈ? ਸਮੁੰਦਰ। ਸਮੁੰਦਰ ਦੇ ਵਿੱਚ ਪਹੁੰਚਣਾ। ਇੱਕ ਨਹਿਰ ਇੱਧਰ ਦੀ ਜਾ ਰਹੀ ਹੈ, ਇੱਕ ਨਹਿਰ ਇੱਧਰ ਦੀ ਜਾ ਰਹੀ ਹੈ, ਇੱਕ ਨਹਿਰ ਇੱਧਰ ਦੀ ਜਾ ਰਹੀ ਹੈ। ਮਕਸਦ ਕੀ ਹੈ ਇਹਨਾਂ ਦਾ? ਸਮੁੰਦਰ ਦੇ ਵਿੱਚ ਪਹੁੰਚਣਾ। ਸੰਤ ਕਾ ਮਾਰਗ ਧਰਮ ਕੀ ਪੌੜੀ, ਕੋ ਵੱਡ ਭਾਗੀ ਪਾਏ। ਵੱਡੇ ਭਾਗਾਂ ਵਾਲੇ ਧਰਮ ਦੀ ਪੌੜੀ 'ਤੇ ਚੜ੍ਹ ਕੇ ਚੰਗੇ ਇਨਸਾਨ ਬਣ ਕੇ ਪਰਮਾਤਮਾ ਦੀ ਪ੍ਰਾਪਤੀ ਕਰ ਲੈਂਦੇ ਆ। ਪਰ ਸਾਨੂੰ ਸਿੱਖਾਂ ਨੂੰ ਜੋ ਗੁਰੂ ਬਾਬਾ ਜੀ ਨੇ, ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਸਾਡਾ ਸਿੱਖ ਮਤ, ਸਿੱਖ ਧਰਮ ਤੋਰਿਆ, ਸ਼ੁਰੂ ਕੀਤਾ, ਦੱਬੇ ਕੁਚਲੇ ਲੋਕ ਸੀ ਜਿਹੜੇ। ਕਿਉਂਕਿ ਹਿੰਦੂ ਧਰਮ ਵੀ ਬਹੁਤ ਪੁਰਾਣਾ ਧਰਮ ਆ, ਮੁਸਲਮਾਨ ਧਰਮ ਵੀ ਬਹੁਤ ਪੁਰਾਣਾ ਧਰਮ ਆ। ਧਰਮ ਸਾਰੇ ਹੀ ਵਧੀਆ ਹੁੰਦੇ ਆ ਅਗਰ ਸਹੀ ਢੰਗ ਦੇ ਨਾਲ ਸਹੀ ਬੰਦੇ, ਧਰਮੀ ਬੰਦੇ ਉੱਪਰ ਹੋਣ ਤਾਂ। ਨਹੀਂ ਕੀ ਹੋ ਜਾਂਦਾ? ਹੌਲੀ 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 ਇਹਦੇ ਵਿੱਚ ਗਿਰਾਵਟ ਆਉਣੀ ਸ਼ੁਰੂ ਹੋ ਜਾਂਦੀ ਹੈ। ਫਿਰ ਗਿਰਾਵਟ ਆ ਕੇ ਜੇ ਕੋਈ ਠੀਕ ਕਰਨ ਦੀ ਗੱਲ ਕਰਦਾ, ਉਹਦੇ ਗਲ ਪੈਂਦੇ ਆ। ਇਸੇ ਕਰਕੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਸਿੱਖਾਂ ਨੂੰ ਸਮਝਾਇਆ ਕਿ ਹਿੰਦੂ ਮੁੱਲਾ ਜੋ ਲਿਖ ਦਿਆ, ਛਾੜ ਚੱਲੇ ਹਮ ਕਛੂ ਨਾ ਲਿਆ। ਭਾਈ ਇਹ ਜੋ ਤੁਹਾਡੇ ਵਾਸਤੇ ਆ, ਹਿੰਦੂਆਂ ਵੀਰਾਂ ਵਾਸਤੇ ਆ, ਬਹੁਤ ਪਵਿੱਤਰ ਆ, ਸਾਡੇ ਵਾਸਤੇ ਨਹੀਂ। ਅਸੀਂ ਛੱਡ ਚੱਲੇ ਹਾਂ। ਅਸੀਂ ਮੁਸਲਮਾਨ ਦੇ ਜਿਹੜੇ ਪੁਜਾਰੀਵਾਦ ਵੜ ਚੁੱਕਿਆ ਸੀ ਧਰਮ ਦੇ ਵਿੱਚ, ਜਾਂ ਹਿੰਦੂ ਧਰਮ ਦੇ ਵਿੱਚ ਪੁਜਾਰੀਵਾਦ ਜ਼ਿਆਦਾ ਵੜ ਚੁੱਕਿਆ ਸੀ, ਉਹਨੂੰ ਠੀਕ ਨਹੀਂ ਕੀਤਾ ਜਾ ਸਕਦਾ ਸੀ, ਤਾਂ ਛੱਡ ਕੇ ਨਵਾਂ ਕਰਨਾ ਹੀ ਬਿਹਤਰ ਆ, ਵਧੀਆ, ਜਿਹੜਾ ਲੋਕ ਭਲਾਈ ਵਾਸਤੇ, ਸਮਾਜ ਦੀ ਭਲਾਈ ਵਾਸਤੇ ਆ, ਜਿਹਦੇ ਵਿੱਚ ਸਾਡੇ ਵੱਡ ਵਡੇਰਿਆਂ ਨੇ, ਸਾਡੇ ਗੁਰੂ ਸਾਹਿਬਾਨਾਂ ਨੇ, ਸਾਡੇ ਪੁਰਾਤਨ ਸਿੱਖਾਂ ਨੇ ਆਪਣੀਆਂ ਜਾਨਾਂ ਦੀਆਂ ਕੁਰਬਾਨੀਆਂ ਕਰਕੇ ਇੱਥੇ ਤੱਕ ਸਾਨੂੰ ਪਹੁੰਚਾਇਆ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ 4 ਦੁਲਾਰੇ ਸਾਡੇ ਉੱਪਰੋਂ ਬਾਰੇ ਗਏ। ਜਦ ਮਾਤਾ ਜੀ ਨੇ ਪੁੱਛਿਆ ਤਾਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਕਿਹਾ, 4 ਮੂਹੇ ਤੋਂ ਕਿਆ ਹੁਆ, ਜੀਵਤ ਕਈ ਹਜ਼ਾਰ। ਇਸ ਕਰਕੇ ਅਸੀਂ ਆਪਣੇ ਤੌਰ 'ਤੇ ਗੁਰਬਾਣੀ ਨੂੰ ਸਮਝਣਾ, ਗੁਰਬਾਣੀ ਮੁਤਾਬਕ ਅਸੀਂ ਉਹ ਪਰਮਾਤਮਾ ਦੀ ਪ੍ਰਾਪਤੀ ਕਰਨੀ ਹੈ। ਭਾਵ ਅਰਥ ਹਿੰਦੂ ਵੀਰਾਂ ਨੇ ਆਪਣੇ ਧਰਮ ਮੁਤਾਬਕ, ਆਪਣੀਆਂ ਜੁਗਤੀਆਂ ਮੁਤਾਬਕ, ਮੁਸਲਮਾਨ ਵੀਰਾਂ ਨੇ ਆਪਣੇ ਮੁਤਾਬਕ, ਅਤੇ ਸਿੱਖਾਂ ਨੇ ਅਸੀਂ ਆਪਣੇ ਮੁਤਾਬਕ।
ਤੇ ਨਦੀਆਂ ਦਾ ਪਾਣੀ, ਨਹਿਰਾਂ ਦਾ ਪਾਣੀ ਕੰਢਿਆਂ ਦੇ ਅੰਦਰ ਹੀ ਬਹਿਣਾ ਚਾਹੀਦਾ ਹੈ। 3 ਨਹਿਰਾਂ ਜਾ ਰਹੀਆਂ, ਏਕਤਾ ਕਿੱਥੇ ਜਾ ਕੇ ਹੋਣੀ ਆ? ਜਦੋਂ ਆਪਾਂ ਕਹਿ ਦਿੰਦੇ ਆ ਵੀ ਸਾਰਾ ਹੀ ਇੱਕ ਆ, ਸਭ ਕੁਝ ਇੱਕ ਆ, ਹਾਂ ਹੈ ਇੱਕ, ਉੱਥੇ ਪਹੁੰਚ ਕੇ ਆ, ਸਮੁੰਦਰ ਦੇ ਵਿੱਚ ਪਹੁੰਚ ਕੇ ਆ। ਅਗਰ 3 ਨਹਿਰਾਂ ਜਾਂਦੀਆਂ, ਨਦੀਆਂ ਜਾਂਦੀਆਂ, ਉਹ ਪਿੱਛੇ ਹੀ ਉਬਾਲ ਆ ਜਾਵੇ, ਉਹਨਾਂ ਦੇ ਵਿੱਚ ਮਿਕਸਅਪ ਹੋ ਜਾਵੇ, ਤਾਂ ਬਹੁਤ ਗੜਬੜ ਹੋ ਜਾਂਦੀ ਹੈ। ਏਕਤਾ ਕਿੱਥੇ ਹੁੰਦੀ ਹੈ? ਜਾ ਕੇ ਸਮੁੰਦਰ ਦੇ ਵਿੱਚ। ਇਸੇ ਤਰ੍ਹਾਂ ਅਸੀਂ ਆਪਣੇ ਆਪਣੇ ਰਸਤੇ 'ਤੇ ਆਪਣੀ ਸੁਰਤ ਨੂੰ ਉੱਚਿਆਂ ਕਰਦੇ ਜਾਣਾ, ਤੇ ਪਹੁੰਚਣਾ ਕਿੱਥੇ ਆ? ਉਹ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੇ ਦੇਸ਼ ਦੇ ਵਿੱਚ, ਨਿਰੰਕਾਰ ਦੇ ਦੇਸ਼ ਦੇ ਵਿੱਚ। ਸੋ ਉਸ ਸਮੇਂ ਜਿਹੜਾ ਪੁਜਾਰੀਵਾਦ ਵੜ ਚੁੱਕਿਆ ਸੀ ਸਾਰੇ, ਤਾਂ ਗੁਰੂ ਬਾਬਾ ਜੀ ਨੇ ਇਹ ਵੀ ਸਮਝਾਇਆ ਕਿ ਕਾਦੀ ਝੂਠ ਬੋਲ ਮਲ ਖਾਏ, ਬ੍ਰਾਹਮਣ ਨਹਾਵੈ ਜੀਆਂ ਘਾਏ, ਜੋਗੀ ਜੁਗਤ ਨਾ ਜਾਣੈ ਅੰਧ, ਤੀਨੇ ਉਜਾੜੇ ਕਾ ਬੰਦ। ਸਾਨੂੰ ਇਹਨਾਂ ਤਿੰਨਾਂ ਤੋਂ ਪਾਸੇ ਕਰ ਲਿਆ। ਕਾਦੀ ਝੂਠ ਬੋਲ ਮਲ ਖਾਏ, ਇਹ ਜਿਹੜੇ ਕਾਦੀ ਆ, ਮੁਖੀ ਲੋਕ ਆ, ਇਹਨਾਂ ਨੇ ਦੇਖੋ ਬੱਚਿਆਂ ਨੂੰ ਵੀ ਸ਼ਹੀਦ ਕਰਾਇਆ, ਉਦੋਂ ਉਹਨੇ ਝੂਠ ਬੋਲਿਆ। ਗੱਲ ਕੀ ਹੈ? ਪੁਜਾਰੀਵਾਦ ਦੀ। ਕਿਸੇ ਸਹੀ ਧਰਮੀ ਆ ਜਿਹੜੇ, ਇਹ 2 ਤਰ੍ਹਾਂ ਦੇ ਧਰਮੀ ਹੁੰਦੇ, ਇੱਕ ਅਸਲੀ ਧਰਮੀ, ਇੱਕ ਨਕਲੀ ਧਰਮੀ। ਅਸਲੀ ਧਰਮੀ ਆ ਜਿਹੜੇ ਉਹ ਬਹੁਤ ਵਧੀਆ ਹੁੰਦੇ ਆ। ਦੂਜੇ ਆ ਜਿਹੜੇ ਨਕਲੀ, ਇਹ ਹੁੰਦਾ ਪੁਜਾਰੀਵਾਦ, ਜਿਹੜੇ ਪੂਜਾ 'ਤੇ ਪੜਨ ਵਾਲੇ ਲੋਕਾਂ ਨੂੰ ਗੁੰਮਰਾਹ ਕਰਕੇ ਆਪਣਾ ਤੋਰੀ ਫੁਲਕਾ ਚਲਾਉਂਦੇ ਆ। ਉਹਨਾਂ ਵਾਸਤੇ ਗੁਰੂ ਬਾਬਾ ਜੀ ਨੇ ਸਮਝਾਇਆ ਕਿ ਕਾਦੀ ਝੂਠ ਬੋਲ ਮਲ ਖਾਏ, ਮੈਲ ਖਾ ਰਿਹਾ ਹੈ, ਬ੍ਰਾਹਮਣ ਨਹਾਵੈ ਜੀਆਂ ਘਾਏ। ਬ੍ਰਾਹਮਣ ਆ ਜਿਹੜਾ, ਇਹ ਕਹਿੰਦਾ ਵੀ ਨਹਾ ਕੇ ਸੁੱਚੇ ਹੋ ਜਾਣਾ, ਭਾਵੇਂ ਜੀਆਂ ਨੂੰ ਲੁੱਟੀ ਜਾਓ, ਲੋਕਾਂ ਨੂੰ ਲੁੱਟੀ ਜਾਓ, ਇਹ ਵੀ ਠੀਕ ਨਹੀਂ। ਜੋਗੀ ਜੁਗਤ ਨਾ ਜਾਣੈ ਅੰਧ, ਜਿਹੜੇ ਜੋਗੀ ਆ ਇਹਨਾਂ ਨੂੰ ਵੀ ਆਤਮਿਕ ਚਾਨਣ ਨਹੀਂ ਹੋਇਆ। ਇਹ ਦੇਵਤੇ ਨਹੀਂ ਬਣੇ, ਇਹ ਕੁਝ ਦੇਣ ਵਾਲੇ ਨਹੀਂ ਬਣੇ, ਸਾਰੀ ਉਮਰ ਮੰਗ ਤੇ ਹੀ ਬਣੇ ਰਹਿ ਗਏ। ਇਹਨਾਂ ਨੂੰ ਵੀ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ ਹੋਈ। ਤੀਨੇ ਉਜਾੜੇ ਕਾ ਬੰਦ, ਗੁਰੂ ਬਾਬਾ ਜੀ ਨੇ ਸਮਝਾ ਦਿੱਤਾ। ਇਸ ਕਰਕੇ ਇਹ ਵੱਖਰਾ ਰਸਤਾ ਸਿੱਖ ਧਰਮ ਦਾ ਕੱਢ ਦਿੱਤਾ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਜਿਹੜੀ ਵਡਿਆਈ ਆ ਉਹ ਇਸੇ ਕਰਕੇ ਆ। ਹੋ ਸਕਦਾ ਮੁਸਲਮਾਨ ਦੀ ਜਿਹੜੀ ਮਸਜਿਦ ਦੇ ਵਿੱਚ ਹਿੰਦੂ ਨਾ ਜਾ ਸਕਦਾ ਹੋਵੇ, ਹਿੰਦੂਆਂ ਦੇ ਮੰਦਰ ਦੇ ਵਿੱਚ ਹੋ ਸਕਦਾ ਮੁਸਲਮਾਨਾਂ ਨੂੰ ਰੋਕ ਲੱਗ ਜਾਵੇ, ਪਰ ਗੁਰਬਾਣੀ ਐਸੀ ਚੀਜ਼ ਆ, ਸਰਬ ਸਾਂਝੀ ਗੁਰਬਾਣੀ ਹੈ। ਗੁਰੂ ਦੁਆਰੇ ਹੋਏ ਸੋਝੀ ਪਾਏ ਸੀ, ਇੱਥੋਂ ਗਿਆਨ ਲੈਣ ਹਿੰਦੂ ਵੀਰ ਵੀ ਆ ਸਕਦਾ, ਮੁਸਲਮਾਨ ਵੀਰ ਵੀ ਆ ਸਕਦਾ, ਬੋਧੀ ਵੀ ਆ ਸਕਦਾ, ਜੈਨੀ ਵੀ ਆ ਸਕਦਾ, ਤੇ ਸਿੱਖ ਨੇ ਤਾਂ ਆਉਣਾ ਹੀ ਆਉਣਾ, ਇਹ ਗਿਆਨ ਪ੍ਰਾਪਤ ਕਰਨਾ। ਸੋ ਸਿੱਖ ਦੀ ਇੱਕ ਗੁਰਮਤਿ ਮੁਤਾਬਕ ਰਹਿਣੀ ਬਹਿਣੀ ਕੈਸੀ ਹੋਣੀ ਚਾਹੀਦੀ ਹੈ, ਉਹ ਆਪਾਂ ਅੱਜ ਸਮਝਣ ਦੀ ਕੋਸ਼ਿਸ਼ ਕਰਾਂਗੇ। ਪਹਿਲਾ ਪੁਆਇੰਟ ਆ ਜੋ ਸਿੱਖ ਰਹਿਤ ਮਰਜ਼ਾਦਾ ਦੇ ਵਿੱਚ ਸਾਨੂੰ ਦੱਸਿਆ ਹੋਇਆ, ਕਿਉਂਕਿ ਪਹਿਲਾਂ ਗੁਰਦੁਆਰੇ ਬਣੇ, ਅਸਥਾਨ ਬਣੇ, ਫਿਰ ਉਸ ਅਸਥਾਨ ਦੀ ਕੋਈ ਨਾ ਕੋਈ ਮਰਜ਼ਾਦਾ ਵੀ ਹੁੰਦੀ ਹੈ। ਕੋਈ ਨਾ ਕੋਈ ਮਰਜ਼ਾਦਾ ਤੋਂ ਬਿਨਾਂ ਅਸੀਂ ਤਰੱਕੀ ਨਹੀਂ ਕਰ ਸਕਦੇ। ਸਾਡੇ ਸਿੱਖਾਂ ਦੀ ਮਰਜ਼ਾਦਾ ਕੀ ਹੈ, ਗੁਰੂ ਘਰਾਂ ਦੀ ਮਰਜ਼ਾਦਾ ਕੀ ਹੈ, ਜੋ ਸਿੱਖ ਰਹਿਤ ਮਰਜ਼ਾਦਾ ਦੇ ਵਿੱਚ ਸਮਝਾਈ ਗਈ ਹੈ। ਪਹਿਲਾ ਪੁਆਇੰਟ ਆ ਉਹਦੇ ਵਿੱਚ, ਇੱਕ ਅਕਾਲ ਪੁਰਖ ਤੋਂ ਬਿਨਾਂ ਕਿਸੇ ਦੇਵੀ ਦੇਵਤੇ ਦੀ ਆਰਾਧਨਾ ਨਹੀਂ ਕਰਨੀ। ਸਿੱਖ ਨੇ, ਇਹ ਸਿੱਖ ਵਾਸਤੇ ਆ। ਹਿੰਦੂ ਵੀਰ ਕਰੀ ਜਾਵੇ ਕੋਈ ਗੱਲ ਨਹੀਂ, ਸਾਨੂੰ ਕੋਈ ਦੁੱਖ ਨਹੀਂ, ਕੁਛ ਨਹੀਂ ਹੈ। ਇੱਕ ਸਿੱਖ ਵਾਸਤੇ ਆ ਕਿ ਸਿੱਖ ਨੇ ਅਕਾਲ ਪੁਰਖ ਤੋਂ ਬਿਨਾਂ ਕਿਉਂ ਨਹੀਂ ਕਰਨੀ? ਕਿਉਂਕਿ ਦੇਵਤਾ ਤਾਂ ਉਹਨੇ ਖੁਦ ਬਣ ਜਾਣਾ। ਖੁਦ ਦੇਵਤੇ ਪੂਜਾ ਕਰਨ ਨੂੰ ਨਹੀਂ ਕਿਹਾ, ਸਾਨੂੰ ਖੁਦ ਦੇਵਤੇ ਬਣਨ ਨੂੰ ਕਿਹਾ। ਬਲਿਹਾਰੀ ਗੁਰ ਆਪਣੇ ਦਿਹਾੜੀ ਸਦਬਾਰ, ਜਿਨ ਮਾਨਸ ਤੇ ਦੇਵਤੇ ਕੀ ਇਹ ਕਰਤ ਨਾ ਲਾਗੀ ਬਾਰ। ਦੇਵਤੇ ਬਣਨਾ, ਦੇਵਤਿਆਂ ਦੀ ਪੂਜਾ ਨਹੀਂ ਕਰਨੀ। ਪਹਿਲਾ ਪੁਆਇੰਟ ਇਹ ਸਮਝਾਇਆ ਗਿਆ, ਇੱਕ ਅਕਾਲ ਪੁਰਖ ਦਾ ਪੁਜਾਰੀ ਸਿੱਖ ਹੋਣਾ ਚਾਹੀਦਾ। ਦੂਜਾ ਪੁਆਇੰਟ, ਆਪਣੀ ਮੁਕਤੀ ਦਾ ਦਾਤਾ ਤੇ ਇਸ਼ਟ ਕੇਵਲ 10 ਗੁਰੂ ਸਾਹਿਬਾਨ, ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਸਾਹਿਬਾਨ ਦੀ ਬਾਣੀ ਨੂੰ ਮੰਨਣਾ। ਇੱਕ ਸਿੱਖ ਵਾਸਤੇ ਮੁਕਤੀ ਦੇ ਦਾਤੇ ਕੌਣ ਆ? ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਇੱਕ ਸਿੱਖ ਨੇ ਵੱਧ ਤੋਂ ਵੱਧ ਗੁਰਬਾਣੀ ਨੂੰ ਪੜ੍ਹਨਾ, ਸੁਣਨਾ, ਸਮਝਣਾ ਤੇ ਪ੍ਰਚਾਰਨਾ, ਕਿਉਂਕਿ ਗੁਰੂ ਦੇ ਰਾਹੀਂ ਹੀ
ਅਸੀਂ ਇਸ ਦੁਨੀਆ ਦੇ ਵਿੱਚ ਰਹਿੰਦਿਆਂ ਨਾਨਕ ਸਤਿਗੁਰ ਭੇਟਿਆਂ ਪੂਰੀ ਹੋਵੇ ਜੁਗਤ, ਹਸੰਦਿਆਂ ਖਲੰਦਿਆਂ ਪੈਨੰਦਿਆਂ ਖਬੰਦਿਆਂ ਵਿੱਚੇ ਹੋਵੇ ਮੁਕਤ। ਅਸੀਂ ਮੁਕਤੀ ਦੀ ਪ੍ਰਾਪਤੀ ਤੱਕ ਪਹੁੰਚ ਸਕਦੇ ਹਾਂ ਅਗਰ ਗੁਰੂ ਗ੍ਰੰਥ ਸਾਹਿਬ ਜੀ ਤੇ ਪੂਰਨ ਵਿਸ਼ਵਾਸ ਕਰ ਲਈਏ। ਇੱਕ ਸਿੱਖ ਦਾ ਪੂਰਨ ਵਿਸ਼ਵਾਸ ਹੋਣਾ ਚਾਹੀਦਾ। ਅੱਗੇ ਪੁਆਇੰਟ ਹੈ 10 ਗੁਰੂ ਸਾਹਿਬਾਨ ਨੂੰ ਇੱਕੋ ਜੋਤ ਦਾ ਪ੍ਰਕਾਸ਼ ਰੂਪ ਕਰਕੇ ਮੰਨਣਾ। ਇਹ ਨਹੀਂ ਮੰਨਣਾ ਕਿ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ ਫਲਸਫਾ ਹੋਰ ਸੀ, ਉਹਨਾਂ ਦੀ ਫਿਲਾਸਫੀ ਹੋਰ ਸੀ ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਹੋਰ ਸੀ। ਨਹੀਂ, ਸਮੇਂ ਦੇ ਮੁਤਾਬਕ ਉਹ ਜਿਹੜਾ ਉਹ ਸਮਾਂ ਸੀ ਪੰਜਵੇਂ ਪਾਤਸ਼ਾਹ ਤੱਕ ਸ਼ਾਂਤੀ ਦਾ ਸਮਾਂ ਰਿਹਾ। ਜਦੋਂ ਸ਼ਾਂਤ ਹੁੰਦਿਆਂ ਹੋਇਆਂ ਵੀ ਤੱਤੀ ਤਵੀ 'ਤੇ ਬਿਠਾ ਦਿੱਤਾ ਗਿਆ ਗੁਰੂ ਸਾਹਿਬਾਨ ਨੂੰ, ਫਿਰ ਮੀਰੀ ਤੇ ਪੀਰੀ ਦੀਆਂ 2 ਤਲਵਾਰਾਂ ਭੇਟ ਕੀਤੀਆਂ ਗਈਆਂ। 6ਵੇਂ ਪਾਤਸ਼ਾਹ ਨੇ ਫਿਰ 4 ਜੰਗ ਕੀਤੇ, ਭਾਵ ਸੰਤ ਤੇ ਸਿਪਾਹੀ ਬਣਾਇਆ ਸਿੱਖ ਨੂੰ। ਅੰਦਰੋਂ ਪਹਿਲਾਂ ਸੰਤ ਅਵਸਥਾ ਹੋਵੇ, ਅੰਦਰੋਂ ਸ਼ਾਂਤੀ ਹੋਵੇ, ਅੰਦਰੋਂ ਟਿਕਾਊ ਹੋਵੇ, ਅੰਦਰੋਂ ਪ੍ਰਭੂ ਪਰਮਾਤਮਾ ਨਾਲ ਜੁੜਿਆ ਹੋਵੇ। ਅਗਰ ਫਿਰ ਵੀ ਕੋਈ ਪਰੇਸ਼ਾਨ ਕਰਦਾ ਤਾਂ ਫਿਰ ਤਲਵਾਰ ਚੱਕਣੀ ਆ। ਆਪਣੀ ਆਤਮ ਰੱਖਿਆ ਦੇ ਵਾਸਤੇ ਕਿਰਪਾਨ ਭੇਟ ਕਰਾਈ ਆਪਣੀ ਰੱਖਿਆ ਦੇ ਵਾਸਤੇ, ਉਹ ਵੀ ਜ਼ਰੂਰੀ ਹੈ। ਕਿਉਂਕਿ ਇਸ ਤਰ੍ਹਾਂ ਹੁੰਦਾ ਗੁਰਮੁਖ ਪਿਆਰਿਓ, ਜੇ ਮੰਨ ਲਓ ਕੋਈ ਦਿਹਾੜੀ ਲਾ ਕੇ ਚੱਲਿਆ, ਸਾਰੀ ਦਿਹਾੜੀ ਉਹਨੇ ਕੰਮ ਕੀਤਾ, 500 ਰੁਪਈਆ ਜੇਬ ਦੇ ਵਿੱਚ ਪਾਇਆ, ਬੜਾ ਖੁਸ਼ ਆ ਕਿ ਮੈਂ ਬੱਚਿਆਂ ਨੂੰ ਆਹ ਲੈ ਕੇ ਦਊਂ, ਉਹ ਲੈ ਕੇ ਦਊਂ। ਜਦੋਂ ਬਾਹਰ ਨਿਕਲਿਆ ਸਾਈਕਲ 'ਤੇ ਵਿਚਾਰਾ ਘਰ ਨੂੰ ਜਾਣ ਲੱਗਿਆ, ਇੱਕ ਆਇਆ ਬੰਦਾ, ਉਹਨੇ 2 ਮਾਰੇ ਥੱਪੜ, 500 ਰੁਪਈਆ ਲੁੱਟ ਕੇ ਲੈ ਗਿਆ। ਹੁਣ ਉਹ ਕੀ ਕਰੇ? ਸਾਰੀ ਦਿਹਾੜੀ ਦੀ ਕਮਾਈ ਲੁੱਟ ਕੇ ਲੈ ਗਿਆ। ਹੁਣ ਉਹਨੂੰ ਪੂਰਾ ਤਕੜਾ ਹੋਣਾ ਪਵੇਗਾ, ਪੂਰਾ ਜਾਗਣਾ ਪਵੇਗਾ ਤੇ ਆਪਣੀ ਰੱਖਿਆ ਆਪ ਕਰਨੀ ਪਵੇਗੀ। ਸੋ ਸਿੱਖ ਨੂੰ ਸੰਤ ਵੀ ਬਣਾਇਆ ਗੁਰੂ ਪਾਤਸ਼ਾਹ ਜੀ ਨੇ ਤੇ ਸਿਪਾਹੀ ਵੀ ਬਣਾਇਆ। 10 ਗੁਰੂ ਸਾਹਿਬਾਨ ਨੂੰ ਇੱਕੋ ਜੋਤ ਦਾ ਪ੍ਰਕਾਸ਼ ਰੂਪ ਕਰਕੇ ਮੰਨਣਾ ਇਹ ਸਿੱਖ ਵਾਸਤੇ ਜ਼ਰੂਰੀ ਹੈ। ਉਸ ਤੋਂ ਅੱਗੇ ਜੀ ਜਾਤ ਪਾਤ ਛੂਤ ਛਾਤ ਜੰਤਰ ਮੰਤਰ ਤੰਤਰ। ਹੁਣ ਨਾਲ ਦੀ ਨਾਲ ਗੁਰਮੁਖ ਪਿਆਰਿਓ ਮੇਰੀ ਹੱਥ ਜੋੜ ਕੇ ਬੇਨਤੀ ਆ ਵੀ ਜਿਹੜੇ ਪੁਆਇੰਟ ਮੈਂ ਵਿਚਾਰਨ ਲੱਗਿਆ ਨਾ, ਅਸੀਂ ਆਪਣੇ ਆਪ 'ਤੇ ਢੁਕਾ ਲੈਣੇ ਆ ਕਿ ਸਾਡੇ ਨਾਲ ਫਿੱਟ ਬਹਿੰਦੇ ਆ। ਜੇ ਬਹਿੰਦੇ ਆ ਤਾਂ ਅਸੀਂ ਸਿੱਖ ਹਾਂ, ਜੇ ਨਹੀਂ ਬਹਿੰਦੇ ਤਾਂ ਫਿਰ ਸਿੱਖ ਬਣਨ ਦੀ ਕੋਸ਼ਿਸ਼ ਕਰੀਏ। ਕਿਤੇ ਅਸੀਂ ਰਲ ਗੱਡ ਜੇ ਤਾਂ ਨਹੀਂ ਤੁਰੇ ਫਿਰਦੇ। ਆਪਣੇ ਆਪ 'ਤੇ ਟਿਕਾਉਣਾ ਅਸੀਂ ਇਹ ਗੱਲਾਂ ਨੂੰ ਮੰਨਦੇ ਹਾਂ। ਜਾਤ ਪਾਤ ਛੂਤ ਛਾਤ ਜੰਤਰ ਮੰਤਰ ਤੰਤਰ ਸ਼ਗਨ ਤਿੱਥ ਮਹੂਰਤ ਗ੍ਰਹਿ ਰਾਸ਼ ਸਰਾਧ ਪਿੱਤਰ ਖਿਆਹਾ ਪਿੰਡ ਪੱਤਲ ਦੀਵਾ ਕਿਰਿਆ ਕਰਮ ਹੋਮ ਜਗ ਤਰਪਣ ਸ਼ਿਖਾ ਸੂਤ ਭੱਦਣ ਇਕਾਦਸ਼ੀ ਪੂਰਨਮਾਸ਼ੀ ਆਦਿ ਦੇ ਵਰਤ ਤਿਲਕ ਜੰਜੂ ਤੁਲਸੀ ਮਾਲਾ ਗੋਰ ਮੱਠ ਮੜੀ ਮੂਰਤੀ ਪੂਜਾ ਆਦਿ ਭਰਮ ਰੂਪ ਕਰਮਾਂ ਉੱਤੇ ਨਿਸ਼ਚਾ ਨਹੀਂ ਕਰਨਾ। ਗੁਰ ਅਸਥਾਨ ਤੋਂ ਕਿਸੇ ਅਨ ਧਰਮ ਦੇ ਤੀਰਥ ਜਾਂ ਧਾਮ ਨੂੰ ਆਪਣਾ ਅਸਥਾਨ ਨਹੀਂ ਮੰਨਣਾ। ਪੀਰ ਬ੍ਰਾਹਮਣ ਪੁੱਛਣਾ ਸੁਖਣਾ ਸੀਰਨੀ ਵੇਦ ਸ਼ਾਸਤਰ ਗਾਇਤਰੀ ਗੀਤਾ ਕੁਰਾਨ ਅੰਜੀਲ ਆਦਿ ਉੱਤੇ ਨਿਸ਼ਚਾ ਨਹੀਂ ਕਰਨਾ। ਇਹ ਨਹੀਂ ਹੈ ਵੀ ਫਲਾਨਾ ਗ੍ਰੰਥ ਐਂ ਕਹਿੰਦਾ। ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਕੀ ਕਹਿ ਰਹੇ, ਅਸੀਂ ਫੇਰ ਪਹੁੰਚ ਸਕਦੇ ਹਾਂ ਜੇ ਸਹੀ ਰਸਤੇ ਤੇ ਚੱਲਾਂਗੇ। ਦੂਜਿਆਂ ਦਾ ਰਸਤਾ ਦੂਜਿਆਂ ਨੂੰ ਮੁਬਾਰਕ, ਪਾਸੇ ਕਰ ਦਿੱਤਾ ਸਾਨੂੰ। ਤੇ ਆਮ ਵਾਕਫੀ ਲਈ ਅਨਮਤਾਂ ਦੇ ਗ੍ਰੰਥਾਂ ਦਾ ਪੜ੍ਹਨਾ ਯੋਗ ਹੈ। ਜਾਣਕਾਰੀ ਵਾਸਤੇ ਪੜ੍ਹ ਲਓ, ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ੍ਹੋ, ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨੂੰ ਸਮਝੋ, ਉਸ ਤੋਂ ਬਾਅਦ ਤੁਹਾਡਾ ਪ੍ਰੇਮ ਬਣ ਜਾਵੇਗਾ ਪੂਰੀ ਦੁਨੀਆ ਦੇ ਨਾਲ। ਫਿਰ ਸਾਰੇ ਹੀ ਚੰਗੇ ਲੱਗਣ ਲੱਗ ਜਾਣਗੇ। ਹੋਰ ਵੀ ਪੜ੍ਹ ਸਕਦੇ ਆ। ਅੱਵਲ ਤਾਂ ਮੇਰਾ ਮੰਨਣਾ ਇਹ ਆ ਵੀ ਇਹ ਜੀਵਨ ਆ ਮੇਰਾ ਜਿਹੜਾ ਤਜਰਬਾ ਪਿਛਲੇ 15 ਸਾਲ ਦਾ, ਵੀ ਇਹ ਇੱਕ ਜੀਵਨ ਤਾਂ ਥੋੜ੍ਹਾ ਹੀ ਆ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਨ ਵਾਸਤੇ ਸਮਝਣ ਵਾਸਤੇ। ਦੁਆਰੇ ਪੜ੍ਹੀ ਚੱਲੋ ਵਿਚਾਰੀ ਚੱਲੋ। ਇਦੋਂ ਜਦੋਂ ਸਾਨੂੰ ਸਮਝ ਲੱਗ ਗਈ ਪੂਰੀ ਗੁਰੂ ਗ੍ਰੰਥ ਸਾਹਿਬ ਜੀ ਦੀ, ਹੋਰ ਕੁਛ ਪੜ੍ਹਨ ਦੀ ਮੇਰੇ ਹਿਸਾਬ ਨਾਲ ਲੋੜ ਹੀ ਨਹੀਂ ਰਹਿਣੀ। ਅੱਗੇ ਪੁਆਇੰਟ ਹੈ ਜੀ ਖਾਲਸਾ ਸਾਰੇ ਮੱਤਾਂ ਤੋਂ ਨਿਆਰਾ ਰਹੇ ਪਰ ਕਿਸੇ ਅਨਧਰਮੀ ਦਾ ਦਿਲ ਨਾ ਦੁਖਾਵੇ। ਨਿਆਰਾਪਣ ਹੋਣਾ ਜ਼ਰੂਰੀ ਆ, ਬਖਰੇਵਾ ਹੋਣਾ ਜ਼ਰੂਰੀ ਆ, ਪਰ ਕਿਸੇ ਦਾ ਦਿਲ ਨਾ ਦਿਖਾਵੇ। ਇਸ ਕਰਕੇ ਆਪਾਂ ਨਾ ਮੁਸਲਮਾਨ ਵੀਰ ਨੂੰ ਕਹਿੰਦੇ ਆ ਨਾ ਹਿੰਦੂ ਨੂੰ ਕਹਿੰਦੇ ਆ। ਕਹਿਣਾ ਤਾਂ ਆਪਾਂ ਆਪਣੇ ਆਪ ਨੂੰ ਆ, ਆਪਣੇ ਸਿੱਖਾਂ ਨੂੰ ਆ। ਅਸੀਂ ਕਿਸੇ ਦਾ ਦਿਲ ਨਹੀਂ ਦਿਖਾਉਣਾ।
ਹਰ ਇੱਕ ਕੰਮ ਕਰਨ ਤੋਂ ਪਹਿਲਾਂ ਵਾਹਿਗੁਰੂ ਅੱਗੇ ਅਰਦਾਸ ਕਰੇ। ਇਹ ਵੀ ਸਿੱਖ ਵਾਸਤੇ ਜ਼ਰੂਰੀ ਹੈ ਕਿ ਵਾਹਿਗੁਰੂ ਨੂੰ ਹਾਜ਼ਰ ਨਾਜ਼ਰ ਸਮਝ ਕੇ ਕੋਈ ਵੀ ਕੰਮ ਕਰਨਾ ਉਹ ਪ੍ਰਮਾਤਮਾ ਅੱਗੇ ਪਹਿਲਾਂ ਅਰਦਾਸ ਬੇਨਤੀ ਕਰੇ। ਹੁਣ ਅੱਗੇ ਪੁਆਇੰਟ ਹੈ, ਸਿੱਖ ਲਈ ਗੁਰਮੁਖੀ ਵਿੱਦਿਆ ਪੜ੍ਹਨੀ ਜ਼ਰੂਰੀ ਹੈ, ਹੋਰ ਵਿੱਦਿਆ ਵੀ ਪੜ੍ਹੇ। ਸਿੱਖ ਲਈ ਗੁਰਮੁਖੀ ਵਿੱਦਿਆ ਪੜ੍ਹਨੀ ਜ਼ਰੂਰੀ ਹੈ। ਹੁਣ ਅਸੀਂ ਆਪਣੇ ਆਪ 'ਤੇ ਇੱਥੇ ਖਿਆਲ ਕਰਨਾ ਕਿ ਕੀ ਅਸੀਂ ਪੜ੍ਹੀ ਆ ਜਾਂ ਅਸੀਂ ਬੱਚਿਆਂ ਨੂੰ ਪੜ੍ਹਨ ਪੜ੍ਹਾਉਣ ਦਾ ਕੋਈ ਇੰਤਜ਼ਾਮ ਕੀਤਾ। ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਸਿਲੇਬਸ ਆ ਇੱਕ ਸਿੱਖ ਦੇ ਵਾਸਤੇ ਜੋ ਬਹੁਤ ਹੀ ਜ਼ਰੂਰੀ ਗੱਲ ਆ, ਸੇ ਉਹ ਅਸੀਂ ਜ਼ਰੂਰ ਕਰਨੀ ਹੈ। ਇਹ ਸਿੱਖ ਦੇ ਵਾਸਤੇ ਆ। ਜਿਹੜੀ ਗੁਰਬਾਣੀ ਪੜ੍ਹਨੀ ਇਹ ਬਹੁਤ ਜ਼ਰੂਰੀ ਆ। ਗੁਰਬਾਣੀ ਇਕੱਲੀ ਪੜ੍ਹਨੀ ਨਹੀਂ, ਇਹਨੂੰ ਸਮਝਣਾ, ਜਾਣਨਾ ਅਤੇ ਇਹਦੇ ਮੁਤਾਬਕ ਚੱਲਣਾ। ਸੰਤਾਨ ਨੂੰ ਗੁਰਸਿੱਖੀ ਦੀ ਵਿੱਦਿਆ ਦਿਵਾਉਣੀ ਸਿੱਖ ਦਾ ਫਰਜ਼ ਹੈ। ਕੀ ਅਸੀਂ ਇਹ ਫਰਜ਼ ਪੂਰਾ ਕਰ ਲਿਆ? ਅਸੀਂ ਆਪਣੇ ਬੱਚਿਆਂ ਵਾਸਤੇ ਸਿੱਖੀ ਦੇ ਪ੍ਰਚਾਰ ਪ੍ਰਸਾਰ ਵਾਸਤੇ ਜਾਂ ਗੁਰਬਾਣੀ ਦੇ ਪ੍ਰਚਾਰ ਵਾਸਤੇ ਕੋਈ ਕਾਰਜ ਕੀਤਾ? ਕੇਸ ਲੜਕੇ ਕੇ ਹੋਏ ਸੋ ਉਹਨਾਂ ਦਾ ਬੁਰਾ ਨਾ ਮੰਗੇ, ਕੇਸ ਉਹੀ ਰੱਖੇ ਨਾਮ ਸਿੰਘ ਰੱਖੇ। ਸਿੱਖ ਆਪਣੇ ਲੜਕੇ ਲੜਕੀਆਂ ਦੇ ਕੇਸ ਸਾਬਤ ਰੱਖੇ। ਸਿੱਖ ਮਰਦ ਅਥਵਾ ਇਸਤਰੀ ਨੂੰ ਨੱਕ ਕੰਨ ਛੇਦਣਾ ਮਨਾ ਹੈ। ਗੁਰੂ ਕਾ ਸਿੱਖ ਕੰਨਿਆ ਨਾ ਮਾਰੇ, ਕੁੜੀ ਮਾਰ ਨਾਲ ਨਾ ਵਰਤੇ। ਗੁਰੂ ਕਾ ਸਿੱਖ ਧਰਮ ਦੀ ਕਿਰਤ ਕਰਕੇ ਨਿਰਵਾਹ ਕਰੇ। ਗੁਰੂ ਕਾ ਸਿੱਖ ਗਰੀਬ ਦੀ ਰਸਨਾ ਨੂੰ ਗੁਰੂ ਕੀ ਗੋਲਕ ਜਾਣੇ। ਚੋਰੀ ਜਾਰੀ ਨਾ ਕਰੇ, ਜੂਆ ਨਾ ਖੇਡੇ। ਗੁਰੂ ਕਾ ਸਿੱਖ ਜਨਮ ਤੋਂ ਲੈ ਕੇ ਦੇਹਾਂਤ ਤੱਕ ਗੁਰਮਰਿਆਦਾ ਕਰੇ। ਸਿੱਖ ਨੂੰ ਮਿਲਣ ਸਮੇਂ ਵਾਹਿਗੁਰੂ ਜੀ ਕਾ ਖਾਲਸਾ ਅਤੇ ਵਾਹਿਗੁਰੂ ਜੀ ਕੀ ਫਤਿਹ ਕਰੇ। ਇਹ ਸਾਡੇ ਜਿਹੜੇ ਕੁਝ ਥੋੜ੍ਹੇ ਜਿਹੇ ਜਿਹੜੇ ਮੇਨ ਪੁਆਇੰਟ ਮੈਂ ਵਿਚਾਰਨ ਦੀ ਕੋਸ਼ਿਸ਼ ਕੀਤੀ ਹੈ ਵੀ ਇਹਦੇ ਵਿੱਚੋਂ ਸਾਰਾ ਮੇਨ ਮਕਸਦ ਕੀ ਹੈ। ਜੋ ਵੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਨੂੰ ਗੁਰੂ ਮੰਨਦੇ ਆ, ਉਹਨਾਂ ਵਾਸਤੇ ਇਹ ਸੁਣਨਾ ਪੜ੍ਹਨਾ ਬਹੁਤ ਹੀ ਜ਼ਰੂਰੀ ਹੈ ਤਾਂ ਕਿ ਇਹ ਸਾਡੇ ਬੱਚਿਆਂ ਤੱਕ ਕੀ ਸਾਡੇ ਤੱਕ ਹੀ ਸਿੱਖਿਆ ਪਹੁੰਚ ਜਾਵੇ, ਤਾਂ ਹੀ ਬੱਚਿਆਂ ਤੱਕ ਜਾਊ। ਸਾਨੂੰ ਪਤਾ ਲੱਗ ਜਾਵੇ ਵੀ ਸਾਡੀ ਸਿੱਖ ਦੀ ਰਹਿਣੀ ਬਹਿਣੀ ਸਹਿਣੀ ਕਹਿਣੀ ਕਿਹੋ ਜਿਹੀ ਆ, ਇਹੋ ਜਿਹੀ ਹੋਣੀ ਚਾਹੀਦੀ ਹੈ। ਕੀ ਅਸੀਂ ਇਸ ਤਰ੍ਹਾਂ ਦੇ ਸਿੱਖ ਹਾਂ ਜਾਂ ਨਹੀਂ? ਜੇ ਨਹੀਂ ਤਾਂ ਬਣਨ ਦੀ ਕੋਸ਼ਿਸ਼ ਕਰਨੀ ਆ। ਅਸੀਂ ਨਹੀਂ ਅਸੀਂ ਸਿੱਖ ਧਰਮ ਦੇ ਸਿੱਖ ਹੁੰਦੇ ਹੋਏ ਵੀ ਵਿਰੋਧੀ ਹੋਵਾਂਗੇ। ਅਸੀਂ ਇਹ ਪਾਪ ਕਰਾਂਗੇ। ਇਹ ਪਾਪ ਆ ਜਿਹੜਾ ਸਿੱਖੀ ਦੇ ਪ੍ਰਚਾਰ ਤੋਂ ਉਲਟਾ ਜੋ ਵੀ ਹੈ ਅਸੀਂ ਕਰ ਰਹੇ, ਆਪਣੇ ਹੱਥੀਂ ਅਸੀਂ ਆਪਣੇ ਬੱਚਿਆਂ ਦਾ ਗਲ ਘੁੱਟ ਕੇ ਜਾਵਾਂਗੇ ਜੇ ਆਪਣੇ ਬੱਚਿਆਂ ਨੂੰ ਗੁਰਮਤਿ ਦੇ ਨਾਲ ਨਾ ਜੋੜਿਆ, ਗੁਰਬਾਣੀ ਦੇ ਨਾਲ ਨਾ ਜੋੜਿਆ। ਤਾਂ ਸੋ ਸਾਡੇ ਸਾਰਿਆਂ ਦਾ ਫਰਜ਼ ਬਣਦਾ ਇਹ ਪ੍ਰਚਾਰ ਪ੍ਰਸਾਰ ਸਾਡੇ ਤੱਕ ਬੜਾ ਵੱਡਾ ਗਿਆਨ, ਬੜੀਆਂ ਕੁਰਬਾਨੀਆਂ ਤੋਂ ਬਾਅਦ ਇਹ ਗੁਰੂ ਗ੍ਰੰਥ ਸਾਹਿਬ ਜੀ ਦਾ ਗਿਆਨ ਸਾਡੇ ਤੱਕ ਪਹੁੰਚਿਆ। ਅਸੀਂ ਸਾਰੇ ਇਸ ਗਿਆਨ ਦੇ ਹਿੱਸੇਦਾਰ ਬਣਨਾ। ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰਾ ਮਨ ਭਇਆ ਨਿਦਾਨਾ। ਰਤਨ ਲਾਲ ਜਾ ਕਾ ਕਛੂ ਨਾ ਮੋਲ, ਭਰੇ ਭੰਡਾਰ ਖੂਟ ਤੋਲ। ਖਾਵੋ ਖਰਚੋ ਰਲ ਮਿਲ ਭਾਈ, ਟੋਟ ਨਾ ਆਵੇ ਵੱਧ ਹੋ ਜਾਈ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਨਾਲ ਜੁੜੋ, ਬਾਣੀ ਨੂੰ ਪੜ੍ਹੋ, ਸੁਣੋ, ਸਮਝੋ। ਖੁਸ਼ ਰਹੋ, ਆਬਾਦ ਰਹੋ। ਭੁੱਲਾਂ ਚੁੱਕਾਂ ਦੀ ਮਾफ़ੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।